सत श्री अकाल दोस्तों, मैं पूजा संधू एक बार फिर तो ਤੁਹਾਡਾ बहुत स्वागत करदी हां प्रोग्राम दिमाग दी बत्ती जगाओ दे विच ते पंजाबी नैशनल टीवी देखण वाले सारे दर्शकों का बहुत स्वागत है। ते हर वार दी तरह हर एपीसोड दे विच मैं तुहानू कुछ नवे फैक्ट ते कुछ नवीं जानकारियां दे नाल रूबरू करवाउणी आ। ते अज भी इस प्रोग्राम दे विच भी बहुत सारे नवे फैक्ट होणगे। एक जानकारी इदां दी होएगी जिहड़ी कि तुहानू शायद ना पता होवे। सो इन्हां सारिਆਂ ਦਾ ਨਿਚੋੜ ਕੱਢਾਂਗੇ इस प्रोग्राम ਦੇ ਵਿੱਚ ਤੇ ਚੱਲਦੇ ਆਂ ਆਪਣੇ ਪਹਿਲੇ ਫੈਕਟ ਦੇ ਵੱਲ ਬਿਨਾਂ ਕਿਸੇ ਦੇਰੀ ਤੋਂ। ਵਧਦੇ ਆਂ ਜੀ ਸਾਡੇ ਪਹਿਲੇ ਫੈਕਟ ਦੇ ਵੱਲ। ਗੱਲ ਕਰਦੇ ਆਂ ਨਿਕੋਲਾ ਟੈਸਲਾ ਦੀ ਤੇ ਉਹਨਾਂ ਬਾਰੇ ਤੁਸੀਂ ਸੁਣਿਆ ਵੀ ਹੋਵੇਗਾ ਜਿਨ੍ਹਾਂ ਨੇ ਬਿਜਲੀ ਦੀ ਖੋਜ ਕੀਤੀ ਸੀ। ਅਸਲ ਵਿੱਚ ਉਹਨਾਂ ਨੇ ਬਿਨਾਂ ਤਾਰ ਤੋਂ ਬਿਜਲੀ ਬਣਾਉਣ ਦੀ ਖੋਜ ਕਰ ਲਈ ਸੀ ਤੇ ਟੈਸਲਾ ਵਾਇਰਲੈਸ ਬਿਜਲੀ ਤੇ ਕੰਮ ਵੀ ਕਰ ਰਹੇ ਸੀ। ਪਰ ਜਿਸ ਇਨਸਾਨ ਨੇ ਇਸ ਕੰਮ ਲਈ ਪੈਸਾ ਦਿੱਤਾ ਸੀ उसनों ये डर लगन लगा कि जेकर टेस्ला ने वायरलेस बिजली बना लई तो मेरे तो बिजली कौन खरीदेगा। पर असल विच टेस्ला ने वायरलेस बिजली बना लई सी ते उसने एक टावर खड़ा कर लिया सी ते ओ कई किलोमीटर तक बिना तार तो बिजली बचाउण विच कामयाब भी हो चुके सी। ते जेकर ओ इस आइडिया नू पूरी तरह याद कर लैंदे तां अज बिजली दा भी इंटरनेट की तरह पैक पवाउणा पैना सी। ये बिजली वरतण लई सिर्फ एक लोहे दी रॉड धरती विच गड्ढण दी लोड़ सी। पर उस समय जो उसने पैसा लगा रहा सी वो ये नहीं समझ सकिया कि इस तो भी पैसा कमाया जा सकता है। उसनों ये लगन लगा कि इस तो फ्री ही लोग बिजली वरत लिया करनगे या फिर चोरी करना बहुत ज्यादा आसान हो जाएगा। पर इस ते भी कोई ना कोई आइडिया टेस्ला ने कढ ही लेना सी। जिवें कि इंटरनेट अज एक थां है पर जेकर असी उसका पैसा दिंदे हां तां ਉਹ ਸਾਡੇ ਫੋਨ ਵਿੱਚ ਚੱਲ ਪਾਉਂਦਾ ਹੈ। ਤਾਂ ਨਿਕੋਲਾ ਟੈਸਲਾ ਨੇ ਬਹੁਤ ਵੱਡੇ ਆਵਿਸ਼ਕਾਰ ਕੀਤੇ ਸੀ ਪਰ ਜੇਕਰ ਉਹ ਪੂਰੇ ਹੋ ਜਾਂਦੇ ਤਾਂ ਅੱਜ ਆਪਣੀ ਲਾਈਫ ਕੁਝ ਹੋਰ ਹੀ ਹੋਣੀ ਸੀ। ਵਧਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। एटीएम मशीन के बारे तो तुसी सुनिया ही होएगा और मैनू पता है कि तुसी सारे ही एटीएम मशीन का यूज़ भी करते होवोगे। एटीएम मशीन इदां दी मशीन है जिहदे विचों तुसी कदे भी किसी भी टाइम किसी भी दिन सवेर होवे या शाम होवे तुसी पैसे कढा सकदे हो। हुण गल करदे हां एटीएम की खोज किहने कीती सी। सो एटीएम की खोज कीती सी जी जॉन से बर्न ने कीती क्योंकि ਉਹ 1965 ਵਿੱਚ ਇੱਕ ਦਿਨ ਪੈਸੇ ਕਢਵਾਉਣ ਗਏ ਪਰ ਉਹਨਾਂ ਦੇ 1 ਮਿੰਟ ਲੇਟ ਹੋਣ ਦੇ ਕਾਰਨ ਬੈਂਕ ਬੰਦ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਉਸਨੇ ਸੋਚਿਆ ਕਿ ਕਿਉਂ ਨਾ ਅਜਿਹੀ ਮਸ਼ੀਨ ਬਣਾਈ ਜਾਵੇ ਜਿਸ ਵਿੱਚੋਂ 24 ਘੰਟੇ ਪੈਸੇ ਕਢਾਏ ਜਾ ਸਕਣ ਅਤੇ ਫਿਰ ਹੋਈ ਏਟੀਐਮ ਦੀ ਖੋਜ। ਤੇ ਉਸ ਏਟੀਐਮ ਦੀ ਖੋਜ ਦੇ ਬਦੌਲਤ ਅੱਜ ਅਸੀਂ ਏਟੀਐਮ ਮਸ਼ੀਨ ਚੋਂ ਪੈਸੇ ਕਢਾ ਸਕਦੇ ਹਾਂ। ਅਸੀਂ ਕਿਸੇ ਵੀ ਟਾਈਮ ਤੇ ਜਾ ਕੇ ਅਗਰ ਸਾਨੂੰ ਪੈਸਿਆਂ ਦੀ ਲੋੜ ਹੈ ਅਸੀਂ ਬੈਂਕ ਨਹੀਂ ਜਾ ਸਕਦੇ ਪਰ ਹਾਂ ਸਾਡੇ ਕੋਲ ਹੁਣ ਇੱਕ ਆਪਸ਼ਨ ਹੈ ਏਟੀਐਮ ਮਸ਼ੀਨ ਜਿੱਥੇ ਅਸੀਂ ਆਸਾਨੀ ਦੇ ਨਾਲ ਪੈਸੇ ਕਢਾ ਸਕਦੇ ਹਾਂ ਤੇ ਆਪਣੇ ਖਰਚੇ ਪੂਰੇ ਕਰ ਸਕਦੇ ਹਾਂ। ਚੱਲਦੇ ਹਾਂ ਜੀ ਹੁਣ ਅਗਲੇ ਫੈਕਟ ਦੇ ਵੱਲ। ਸਮੁੰਦਰ ਦੇ ਵਿੱਚ ਤੁਸੀਂ ਡਾਲਫਿਨ ਮੱਛਲੀ ਨੂੰ ਤਾਂ ਦੇਖਿਆ ਹੀ ਹੋਏਗਾ ਔਰ ਮੈਨੂੰ ਪਤਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਦੀ ਹੈ ਦੇਖਣ ਦੇ ਵਿੱਚ ਔਰ ਸ਼ਾਇਦ ਕਈ ਲੋਕਾਂ ਨੇ ਸਿਰਫ ਉਸ ਨੂੰ ਟੀਵੀ ਤੇ ਦੇਖਿਆ ਹੋਏਗਾ ਤੇ ਬਹੁਤ ਲੋਕਾਂ ਦੀ ਖੁਆਇਸ਼ ਹੋਏਗੀ ਕਿ ਉਸ ਨੂੰ ਅਸੀਂ ਸਮੁੰਦਰ ਦੇ ਵਿੱਚ ਦੇਖ ਸਕੀਏ। ਪਰ ਤੁਹਾਨੂੰ ਪਤਾ ਹੈ ਕਿ ਡਾਲਫਿਨ ਮੱਛਲੀ ਦਾ ਇੱਕ ਫੈਕਟ ਹੈ ਉਹ ਮੈਂ ਤੁਹਾਨੂੰ ਹੁਣ ਦੱਸਣ ਜਾ ਰਹੀ ਹਾਂ। ਗੱਲ ਕਰਦੇ ਹਾਂ ਡਾਲਫਿਨ ਮੱਛਲੀ ਦੀ ਜੋ ਕਿ ਆਪਣੀ ਇੱਕ ਅੱਖ ਖੋਲ ਕੇ ਸੌਂਦੀ ਹੈ ਤੇ ਉਸਦਾ ਦਿਮਾਗ ਵੀ ਅੱਧਾ ਹੀ ਸੌਂਦਾ ਹੈ ਅਤੇ ਜੇਕਰ ਉਸਦਾ ਪੂਰਾ ਦਿਮਾਗ ਸੋ ਗਿਆ ਤਾਂ ਉਹ ਪਾਣੀ ਵਿੱਚ ਡੁੱਬ ਕੇ ਮਰ ਵੀ ਸਕਦੀ ਹੈ। मतलब ये हैरान करन वाली गल तां है ना कि एक मछली जिहड़ी कि पानी दे विच ही रहिंदी है, पानी दे विच ही सौंदी है, पानी दे विच ही जागदी है, पानी दे विच ही खांदी है, वो पानी दे विच डुੱਬ के मर किद्दां सकदी है। सो ये रीजन है। ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਤੁਸੀਂ ਮੋਸਟਲੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇਖਣ ਤਾਂ ਜ਼ਰੂਰ ਜਾਂਦੇ ਹੋਵੋਗੇ ਪਰ ਫਿਲਮ ਦੇਖਦੇ ਅਗਰ ਤੁਹਾਨੂੰ ਵਿੱਚ ਬ੍ਰੇਕ ਲੈਣੀ ਪੈ ਜਾਏ ਮਤਲਬ ਕਹਿਣ ਦਾ ਕਿ ਤੁਹਾਨੂੰ ਵਾਸ਼ਰੂਮ ਜਾਣਾ ਪੈ ਜਾਵੇ ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਸੀਨ ਮਿਸ ਨਾ ਕਰ ਜਾਓ। ਪਰ ਜੇਕਰ ਮੈਂ ਹੁਣ ਗੱਲ ਕਰਾਂ ਸਵਿਟਜ਼ਰਲੈਂਡ ਦੇ ਸਿਨੇਮਾ ਘਰਾਂ ਦੀ ਤਾਂ ਇੱਕ ਬਹੁਤ ਹੀ ਖਾਸ ਫੈਕਟ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਜਿਹੜੇ ਉੱਥੇ ਦੇ ਸਿਨੇਮਾ ਘਰ ਨੇ ਨਾ ਅਗਰ ਤੁਸੀਂ ਫਿਲਮ ਦੇਖ ਰਹੇ ਹੋ ਤੁਹਾਨੂੰ ਬਾਹਰ ਜਾਣਾ ਪੈ ਰਿਹਾ ਹੈ ਜਾਂ ਵਾਸ਼ਰੂਮ ਜਾਣਾ ਪੈ ਰਿਹਾ ਤੇ ਉਹਨਾਂ ਦੀਆਂ ਫਰਸ਼ਾਂ ਦੇ ਉੱਤੇ ਮਤਲਬ ਕਿ ਬਾਥਰੂਮ ਦੀਆਂ ਫਰਸ਼ਾਂ ਦੇ ਉੱਤੇ ਵੀ ਸਕਰੀਨਾਂ ਲੱਗੀਆਂ ਹੋਈਆਂ ਨੇ ਔਰ ਜਿਹੜੀ ਮੂਵੀ ਤੁਹਾਨੂੰ ਥੀਏਟਰ ਦੇ ਵਿੱਚ ਸਿਨੇਮਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੁੰਦੀ ਹੈ ਉਹੀ ਸੇਮ ਮੂਵੀ ਫਰਸ਼ਾਂ ਦੇ ਉੱਤੇ ਚੱਲ ਰਹੀ ਹੁੰਦੀ ਹੈ। ਮਤਲਬ ਕਿ ਤੁਸੀਂ ਅਗਰ ਬਾਹਰ ਉੱਠ ਕੇ ਵੀ ਜਾਂਦੇ ਹੋ ਤਾਂ ਤੁਸੀਂ ਉਸ ਮੂਵੀ ਦਾ ਕੋਈ ਵੀ ਸੀਨ ਮਿਸ ਨਹੀਂ ਕਰ ਪਾਓਗੇ। ਚੱਲਦੇ ਹਾਂ ਜੀ ਅਗਲੇ ਫੈਕਟ ਦੇ ਵੱਲ। 10 ਦਸੰਬਰ 2019 ਦੇ ਦਿਨ ਫਿਨਲੈਂਡ ਨੇ ਇੱਕ ਨਵਾਂ ਇਤਿਹਾਸ ਰਚਿਆ।
ਫਿਨਲੈਂਡ ਨੇ ਦੁਨੀਆ ਵਿੱਚ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਮੰਤਰੀ ਚੁਣਿਆ, ਜਿਹਦੀ ਉਮਰ ਸਿਰਫ 34 ਸਾਲ ਹੈ। ਤੇ ਇਹੀ ਨਹੀਂ, ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਇੱਕ ਮਹਿਲਾ ਹੈ। ਜੀ ਹਾਂ ਜੀ, ਸਨਾ ਮਰੀਨ। ਸਨਾ ਇੱਕ ਸਮਲੈਂਗਿਕ ਜੋੜੇ ਦੀ ਗੋਦ ਲਈ ਹੋਈ ਸੰਤਾਨ ਹੈ, ਜਿਸ ਦੇ ਅਭਿਭਾਵਕ ਬਚਪਨ ਦੇ ਵਿੱਚ ਹੀ ਅਲੱਗ ਹੋ ਗਏ ਸੀ। ਸੋ ਸਨਾ ਸ਼ਾਦੀशुदा ਹੈ ਤੇ ਇੱਕ ਬੱਚੇ ਦੀ ਮਾਂ ਵੀ ਹੈ। ਉਹ ਪਹਿਲੀ ਵਾਰ ਪੋਲਿਟਿਕਸ ਦੇ ਵਿੱਚ 2008 ਦੇ ਵਿੱਚ ਆਈ ਸੀ ਤੇ ਜਦੋਂ ਉਸ ਨੂੰ ਆਪਣੇ ਪਹਿਲੇ ਚੁਣਾਵ ਦੇ ਦੌਰਾਨ ਹਾਰ ਦਾ ਮੂੰਹ ਦੇਖਣਾ ਪਿਆ ਸੀ ਤਾਂ ਉਸ ਸਮੇਂ ਉਸ ਦੀ ਉਮਰ ਮਹਿਜ਼ 22 ਬਰਸ ਸੀ। ਦੋਸਤੋ, ਤੁਹਾਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਫਿਨਲੈਂਡ ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ ਵਿੱਚੋਂ ਇੱਕ ਦੇਸ਼ ਹੈ। ਇਸ ਦੇਸ਼ ਦੀ ਵਿਵਸਥਾ ਇਦਾਂ ਦੀ ਹੈ ਕਿ ਇੱਥੇ ਪ੍ਰਿਸ਼ਠਭੂਮੀ, ਉਮਰ ਤੇ ਲਿੰਗ ਤੋਂ ਜ਼ਿਆਦਾ ਕਾਬਲੀਅਤ ਨੂੰ ਮੰਨਿਆ ਜਾਂਦਾ ਹੈ। ਸੋ ਸਨਾ ਮਰੀਨ ਦਾ ਪ੍ਰਾਈਮ ਮਿਨਿਸਟਰ ਬਣਨਾ ਇੱਕ ਵਾਰ ਫਿਰ ਤੋਂ ਪੱਛਮ ਦੇ ਦੇਸ਼ਾਂ ਨੂੰ ਸਾਡੇ ਤੋਂ ਕਈ ਦਸ਼ਕ ਅੱਗੇ ਹੋਣ ਦਾ ਸਬੂਤ ਹੈ। ਚੱਲਦੇ ਹਾਂ ਜੀ ਹੁਣ ਅਗਲੇ ਫੈਕਟ ਦੇ ਵੱਲ। ਤੁਸੀਂ ਕਰੋੜਪਤੀ ਰਈਸ ਬਿਜ਼ਨਸਮੈਨ ਦੇ ਬਾਰੇ ਤਾਂ ਸੁਣਿਆ ਹੋਵੇਗਾ। ਦੋਸਤੋ, ਕੀ ਤੁਸੀਂ ਕਰੋੜਪਤੀ ਕੁੱਤੇ ਦੇ ਬਾਰੇ ਸੁਣਿਆ? ਜੀ ਹਾਂ, ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਇੱਕ ਇਲਾਕੇ ਦੇ ਸਾਰੇ ਕੁੱਤੇ ਕਰੋੜਪਤੀ ਹਨ? ਕੁਝ ਸਮਝੇ ਕਿ ਨਹੀਂ? ਮੈਂ ਸਮਝਾਉਣੀ ਹਾਂ। ਦਰਅਸਲ ਗੁਜਰਾਤ ਦੇ ਮਹਿਸਾਨਾ ਵਿੱਚ ਪੰਜੋੜ ਗਾਉਂ ਦੇ ਕੁੱਤੇ ਕਰੋੜਪਤੀ ਹਨ, ਪਰ ਉਹ ਉੱਥੇ ਮੌਜੂਦ ਮਡਨੀਪਤੀ ਕੁੱਤਰੀਆ ਟਰਸਟ ਦੇ ਕਾਰਨ, ਜਿਨ੍ਹਾਂ ਕੋਲ 21 बीघा ਜ਼ਮੀਨ ਹੈ। ਦਰਅਸਲ ਇਸ ਗਾਂਵ ਵਿੱਚ ਪੁਰਾਣੇ ਸਮੇਂ ਤੋਂ ਹੀ ਕੁੱਤੇ ਦੇ ਨਾਂ ਜ਼ਮੀਨ ਦਾਨ ਕਰਨ ਦੀ ਪ੍ਰਥਾ ਰਹੀ ਹੈ। ਸੋ ਇੱਥੇ ਦੇ ਲੋਕ ਕੁੱਤੇ ਦੇ ਰੱਖ ਰਖਾਵ ਲਈ ਜ਼ਮੀਨ ਦਾਨ ਕਰਦੇ ਹਨ। ਇਹੀ ਕਾਰਨ ਹੈ ਕਿ ਇਸ ਟਰਸਟ ਦੇ ਕੋਲ ਇੰਨੀ ਜ਼ਮੀਨ ਇਕੱਠੀ ਹੋ ਗਈ ਹੈ ਕਿ ਪਹਿਲਾਂ ਇਸ ਜ਼ਮੀਨ ਦੀ ਕੀਮਤ ਲੱਖਾਂ ਵਿੱਚ ਵੀ ਨਹੀਂ ਸੀ, ਪਰ ਇਸ ਦੇ ਬਾਈਪਾਸ ਬਣਨ ਤੋਂ ਬਾਅਦ ਜ਼ਮੀਨ ਦੀ ਕੀਮਤ 3.5 ਕਰੋੜ ਹੋ ਗਈ ਹੈ ਪ੍ਰਤੀ बीघा। ਸੋ ਇਸ ਹਿਸਾਬ ਨਾਲ ਇਸ ਜ਼ਮੀਨ ਦੀ ਕੁੱਲ ਕੀਮਤ 73 ਕਰੋੜ ਹੈ। ਉੱਥੇ ਹੀ ਇਸ ਟਰਸਟ ਦੇ ਕੋਲ ਕੁੱਲ 70 ਕੁੱਤੇ ਨੇ ਜੋ ਕਿ ਅਵਾਰਾ ਹਨ। ਇਸ ਹਿਸਾਬ ਨਾਲ ਇੱਕ ਕੁੱਤੇ ਦੇ ਨਾਮ 1 ਕਰੋੜ ਤੋਂ ਵੀ ਜ਼ਿਆਦਾ ਸੰਪत्ति ਹੈ। ਮਤਲਬ ਕਿ ਕਿੰਨੇ ਖੁਸ਼ ਨਸੀਬ ਨੇ ਨਾ ਇਹ ਕੁੱਤੇ ਜਿਨ੍ਹਾਂ ਦੇ ਹਿੱਸੇ ਇੰਨੇ ਕਰੋੜਾਂ ਦੀ ਜ਼ਮੀਨ ਆਈ, ਜਦ ਕਿ ਉਹਨਾਂ ਦੇ ਮਤਲਬ ਦੀ ਨਹੀਂ। ਉਹ ਕਿਤੇ ਵੀ ਜਾ ਸਕਦੇ ਨੇ, ਕਿਤੇ ਵੀ ਬੈਠ ਸਕਦੇ ਨੇ, ਕਿਤੇ ਵੀ ਸੋ ਸਕਦੇ ਨੇ, ਪਰ ਫਿਰ ਵੀ ਉਹਨਾਂ ਦੀ ਕਿਸਮਤ ਦੇਖੋ ਕਿ ਉਹਨਾਂ ਦੇ ਹਿੱਸੇ ਇੰਨੇ ਕਰੋੜਾਂ ਦੀ ਜ਼ਮੀਨ ਹੈ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਦੇ ਟਾਈਮ 'ਚ ਆਈਲੈਂਡ ਖਰੀਦਣਾ ਬਿਲਕੁਲ ਘਰ ਜਾਂ ਮਕਾਨ ਖਰੀਦਣ ਦੇ ਬਰਾਬਰ ਹੈ। ਆਪਣੀ ਪਸੰਦ ਦਾ ਆਈਲੈਂਡ ਚੁਣ ਕੇ ਕੋਈ ਵੀ ਆਪਣਾ ਆਸ਼ੀਆਨਾ ਬਣਾ ਸਕਦਾ ਹੈ। ਬਸ ਚਾਹੀਦੇ ਨੇ ਤਾਂ ਕਰੋੜਾਂ ਰੁਪਏ। ਦੁਨੀਆ ਭਰ ਵਿੱਚ ਆਈਲੈਂਡ ਖਰੀਦੇ ਤੇ ਵੇਚੇ ਜਾ ਰਹੇ ਹਨ। ਅਗਰ ਪੈਸਾ ਹੋਵੇ ਤਾਂ ਕੋਈ ਵੀ ਆਪਣਾ ਆਈਲੈਂਡ ਖਰੀਦ ਸਕਦਾ ਹੈ, ਤੇ ਜੇ ਖਰੀਦਣਾ ਨਾ ਹੋਵੇ ਤਾਂ ਇਹ ਕਿਰਾਏ ਤੇ ਵੀ ਮਿਲ ਜਾਂਦੇ ਹਨ। ਆਈਲੈਂਡ ਦੀਆਂ ਕੀਮਤਾਂ ਲੋਕੇਸ਼ਨ ਦੇ ਹਿਸਾਬ ਨਾਲ ਘੱਟ ਜਾਂ ਵੱਧ ਹੁੰਦੀਆਂ ਹਨ। ਮਸਲਨ ਸੈਂਟਰਲ ਅਮਰੀਕਾ ਦੇ ਵਿੱਚ ਆਈਲੈਂਡ ਸਸਤੇ ਦੇ ਵਿੱਚ ਵੀ ਮਿਲ ਜਾਂਦੇ ਹਨ, ਜਦ ਕਿ ਯੂਰਪ ਦੇ ਵਿੱਚ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਸੋ ਬਾਹਾਮਾਰ ਦੇ ਫਰਾਂਸ ਪੋਲੀਆ ਵਰਗੇ ਇਲਾਕਿਆਂ ਦੇ ਵਿੱਚ ਆਈਲੈਂਡ ਖਰੀਦਣਾ ਸਭ ਤੋਂ ਮਹਿੰਗਾ ਹੈ, ਕਿਉਂਕਿ ਸਾਰੀ ਸੁਵਿਧਾਵਾਂ ਦੇ ਨਾਲ ਸੰਪੰਨ ਹੋਣ ਦੇ ਕਾਰਨ ਇਹਨਾਂ ਦੀਆਂ ਕੀਮਤਾਂ ਵੀ ਜ਼ਿਆਦਾ ਹਨ। ਸੋ ਰਹੀਜ਼ ਲੋਕ ਆਪਣੀਆਂ ਛੁੱਟੀਆਂ ਬਿਤਾਉਣ ਦੇ ਲਈ ਸੁਨਸਾਨ ਤੇ ਦੂਰ ਦਰਾਜ ਦੇ ਆਈਲੈਂਡ ਖਰੀਦਦੇ ਹਨ। ਫਿਰ ਜਦੋਂ ਇਹ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਬਣ ਜਾਂਦੀ ਹੈ ਤਾਂ ਉਹ ਆਪਣੀ ਸੁਵਿਧਾ ਦੇ ਮੁਤਾਬਿਕ ਇਸਤੇਮਾਲ ਕਰਦੇ ਨੇ। ਸੋ ਕਈ ਕੰਪਨੀਆਂ ਤਾਂ ਆਨਲਾਈਨ ਵੀ ਆਈਲੈਂਡ ਵੇਚਦੀਆਂ ਨੇ। ਪਰ ਦੋਸਤੋ, ਆਈਲੈਂਡ ਖਰੀਦਣਾ ਤਾਂ ਇੱਕ ਗੱਲ ਹੈ, ਪਰ ਦੇਸ਼ ਸਥਾਪਿਤ ਕਰਨਾ ਦੂਸਰੀ ਗੱਲ ਹੈ। ਸੋ ਹਾਲਾਂਕਿ ਦੁਨੀਆ ਦੇ ਵਿੱਚ ਕੁਝ ਐਦਾਂ ਦੇ ਗਰੁੱਪ ਨੇ ਜੋ ਖੁਦ ਨੂੰ ਸਹੀ ਇੰਡੀਪੈਂਡੈਂਟ ਡਿਕਲੇਅਰ ਸਟੇਟ ਮੰਨਦੇ ਨੇ, ਪਰ ਲੀਗਲ ਰੂਪ ਦੇ ਨਾਲ ਤੇ ਲਾਅ ਤੇ ਇੰਟਰਨੈਸ਼ਨਲ ਟੂਰਿਸਟ ਦੇ ਚੱਲਦੇ ਅਧਿਕਤਰ ਲੋਕ ਇਸ ਨੂੰ ਦੇਸ਼ ਨਹੀਂ ਮੰਨਦੇ। ਜੀ ਹੁਣ ਫੈਕਟ ਦੀ ਗੱਲ ਕਰਨ ਤੋਂ ਬਾਅਦ ਅਸੀਂ ਚੱਲਦੇ ਹਾਂ ਕੁਝ ਇੰਟਰਸਟਿੰਗ ਜਾਣਕਾਰੀਆਂ ਦੇ ਵੱਲ। ਅੱਜ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਜਾ ਰਹੀ ਹਾਂ, ਸ਼ਾਇਦ ਤੁਸੀਂ ਕਦੀ ਆਪਣੇ ਬਜ਼ੁਰਗਾਂ ਦੇ ਕੋਲ ਸੁਣੀ ਹੋਵੇ ਜਾਂ ਕਿਸੇ ਫਿਲਮ ਦੇ ਵਿੱਚ ਦੇਖੀ ਹੋਵੇ। ਔਰ ਇਹ ਜਾਣਕਾਰੀ ਇੰਨੀ ਜ਼ਿਆਦਾ ਇੰਟਰਸਟਿੰਗ ਆ ਔਰ ਇੰਨੀ ਜ਼ਿਆਦਾ ਹੈਰਾਨ ਕਰਨ ਦੇਣ ਵਾਲੀ ਆ ਕਿ ਤੁਸੀਂ ਆਪਣੀ ਸੀਟ ਤੇ ਬੈਠੇ ਇੱਕ ਵਾਰ ਤਾਂ ਆਪਣੇ ਹੱਥਾਂ ਪੈਰਾਂ ਵੱਲ ਜ਼ਰੂਰ ਦੇਖੋਗੇ, ਕਿਉਂਕਿ ਤੁਹਾਡੇ ਲੂ ਕੰਡੇ ਖੜੇ ਹੋਣ ਵਾਲੇ ਨੇ। ਸੋ ਗੱਲ ਕਰਨ ਜਾ ਰਹੇ ਹਾਂ ਜੀ ਉਹਨਾਂ ਰਾਜਿਆਂ ਦੀ ਜੋ ਆਪਣੇ ਮਨੋਰੰਜਨ ਲਈ ਲੋਕਾਂ ਨੂੰ ਅਜੀਬੋ ਗਰੀਬ ਤਰੀਕੇ ਦੇ ਨਾਲ ਮਾਰ ਦਿੰਦੇ ਸੀ। ਮਤਲਬ ਕਿ ਅੱਜ ਆਪਾਂ ਗੱਲ ਕਰਾਂਗੇ ਕਿਵੇਂ ਦੇ ਤਰੀਕਿਆਂ ਨਾਲ ਇਨਸਾਨ ਨੂੰ ਪੁਰਾਣੇ ਸਮੇਂ ਦੇ ਵਿੱਚ ਮਾਰਿਆ ਜਾਂਦਾ ਸੀ, ਤੇ ਇਹ ਸਾਰੇ ਟਾਰਚਰ ਦਿਲ ਦਹਿਲਾ ਦੇਣ ਵਾਲੇ ਸੀ। ਗੱਲ ਕਰਦੇ ਹਾਂ ਇੱਕ ਅਜਿਹਾ ਟਾਰਚਰ ਜਿਸ ਵਿੱਚ ਆਦਮੀ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਸ ਨੂੰ ਦੁੱਧ ਅਤੇ ਸ਼ਹਿਦ ਮਿਲਾ ਕੇ ਪਿਆਇਆ ਜਾਂਦਾ ਸੀ। ਬਹੁਤ ਜ਼ਿਆਦਾ ਸੇਵਾ ਕੀਤੀ ਜਾਂਦੀ ਸੀ। ਪਰ ਹੁਣ ਇੱਕ ਇਨਸਾਨ ਦੁੱਧ ਅਤੇ ਸ਼ਹਿਦ ਨੂੰ ਮਿਲਾ ਕੇ ਕਿੰਨਾ ਕੁ ਜ਼ਿਆਦਾ ਪੀ ਸਕਦਾ ਹੈ? ਪਰ ਉਹ ਇੰਨੀ ਸੇਵਾ ਕਰਦੇ ਸੀ ਕਿ ਕੁਝ ਸਮੇਂ ਬਾਅਦ ਆਦਮੀ ਇਸ ਨੂੰ ਖਾਣ ਪੀਣ ਤੋਂ ਮਨਾ ਕਰ ਦਿੰਦਾ ਸੀ। ਪਰ ਫਿਰ
ਇਸ ਤੋਂ ਬਾਅਦ ਉਸ ਨੂੰ ਕੁੱਟ ਕੇ ਖਵਾਇਆ ਜਾਂਦਾ ਸੀ ਤੇ ਜਦੋਂ ਤੱਕ ਉਸ ਦਾ ਢਿੱਡ ਫਟਣ ਤੇ ਨਾ ਆ ਜਾਵੇ ਜਾਂ ਫਿਰ ਉਹ ਉਲਟੀ ਕਰਨ ਨਾ ਲੱਗ ਜਾਵੇ ਉਦੋਂ ਤੱਕ ਨਹੀਂ ਹਟਦੇ ਸੀ ਉਸ ਨੂੰ ਸ਼ਹਿਦ ਖਵਾਉਣ ਤੋਂ। ਤੇ ਇਸ ਤੋਂ ਬਾਅਦ ਫਿਰ ਅਗਲਾ ਟਾਰਚਰ ਸ਼ੁਰੂ ਹੁੰਦਾ ਸੀ, ਉਸ ਨੂੰ ਸ਼ਹਿਦ ਦੇ ਵਿੱਚ ਡਿਪ ਕੀਤਾ ਜਾਂਦਾ ਸੀ, ਫਿਰ ਉਸ ਨੂੰ ਸ਼ਹਿਦ ਦੇ ਨਾਲ ਨਲਾ ਦਿੱਤਾ ਜਾਂਦਾ ਸੀ। ਤੇ ਇਹ ਐਪੀਸੋਡ ਦੇਖਦੇ ਦੇਖਦੇ ਹਰ ਇੱਕ ਟਾਰਚਰ ਨੂੰ ਤੁਸੀਂ ਮਹਿਸੂਸ ਕਰਕੇ ਜ਼ਰੂਰ ਦੇਖਿਓ ਅਤੇ ਫਿਰ ਪਤਾ ਲੱਗੇਗਾ ਕਿ ਉਸ ਵਕਤ ਉਸ ਬੰਦੇ ਦੇ ਨਾਲ ਕੀ ਬੀਤਦੀ ਹੋਵੇਗੀ। ਇਸ ਤੋਂ ਬਾਅਦ ਇੱਕ ਛੋਟੀ ਲੱਕੜੀ ਦੀ ਬੇੜੀ ਬਣਾ ਕੇ ਉਸ ਤੇ ਉਸ ਇਨਸਾਨ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਇੱਕ ਛੋਟੇ ਤਲਾਬ ਦੇ ਵਿੱਚ ਛੱਡ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਪਾਣੀ ਵਿੱਚ ਰਹਿਣ ਵਾਲੇ ਕੀੜੇ ਮਕੌੜੇ ਉਸ ਆਦਮੀ ਤੇ ਹਮਲਾ ਬੋਲ ਦਿੰਦੇ ਕਿਉਂਕਿ ਉਹ ਸ਼ਹਿਦ ਵੱਲ ਪ੍ਰਭਾਵਿਤ ਹੁੰਦੇ ਸੀ ਤੇ ਉਸ ਦੇ ਸਰੀਰ ਨੂੰ ਖਾਣ ਲੱਗ ਜਾਂਦੇ ਸੀ। ਉਸ ਨੂੰ ਜ਼ਬਰਦਸਤੀ ਸ਼ਹਿਦ ਇਸ ਕਰਕੇ ਖਿਲਾਇਆ ਜਾਂਦਾ ਸੀ ਕਿਉਂਕਿ ਜਿਸ ਰਸਤੇ ਸ਼ਹਿਦ ਵਾਪਸ ਬਾਹਰ ਨਿਕਲਦਾ ਸੀ ਉਸ ਰਸਤਿਓਂ ਕੀੜੇ ਉਸ ਦੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਲੈਂਦੇ ਸੀ ਤੇ ਹੁਣ ਕੀੜੇ ਬਾਹਰੋਂ ਵੀ ਖਾ ਰਹੇ ਹੁੰਦੇ ਸੀ ਤੇ ਉਸ ਦੇ ਸਰੀਰ ਦੇ ਅੰਦਰ ਵੜ ਕੇ ਵੀ ਉਸ ਨੂੰ ਖਾ ਰਹੇ ਹੁੰਦੇ ਸੀ। ਸੋ ਇਸ ਤਰ੍ਹਾਂ ਉਹ ਇਨਸਾਨ ਦੇ ਸਰੀਰ ਤੇ ਜ਼ਖਮ ਹੋਣੇ ਵੀ ਸ਼ੁਰੂ ਹੋ ਜਾਂਦੇ ਸੀ। ਇਸ ਤਰ੍ਹਾਂ ਪੰਛੀ ਵੀ ਉਸ ਆਦਮੀ ਦੇ ਸਰੀਰ ਨੂੰ ਖਾਣ ਆ ਜਾਂਦੇ ਸੀ ਤੇ ਉਹ ਉਹਦੇ ਸਰੀਰ ਨੂੰ ਵੀ ਖਾਂਦੇ ਸੀ ਤੇ ਕੀੜੇ ਮਕੌੜੇ ਵੀ ਉਸ ਦੇ ਸਰੀਰ ਨੂੰ ਖਾਂਦੇ ਸੀ। ਤਾਂ ਇਸ ਤੋਂ ਬਾਅਦ ਉਹ ਬਹੁਤ ਹੀ ਬੇਰਹਿਮੀ ਦੇ ਨਾਲ ਉਸ ਇਨਸਾਨ ਦੀ ਮੌਤ ਹੋ ਜਾਂਦੀ ਸੀ। ਗੱਲ ਕਰਦੇ ਹਾਂ ਜੀ ਹੁਣ ਅਗਲੇ ਟਾਰਚਰ ਦੇ ਬਾਰੇ, ਦ ਬ੍ਰਾਜ਼ੀਲੀਅਨ ਬੁੱਲ। ਤੇ ਇਹ ਲੋਹੇ ਤੇ ਕਾਪਰ ਦਾ ਬਣਿਆ ਹੁੰਦਾ ਸੀ। ਇਸ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਲੰਮਾ ਪਾ ਦਿੰਦੇ ਸੀ, ਇਸ ਦੇ ਦਰਵਾਜ਼ੇ ਨੂੰ ਬੰਦ ਕਰ ਦਿੰਦੇ ਸੀ, ਇਸ ਦੇ ਥੱਲੇ ਅੱਗ ਲਾ ਦਿੱਤੀ ਜਾਂਦੀ ਸੀ ਤੇ ਜਿਸ ਤੋਂ ਬਾਅਦ ਇਸ ਵਿੱਚ ਆਦਮੀ ਤੰਦੂਰੀ ਚਿਕਨ ਵਾਂਗ ਜਿਉਂਦਾ ਹੀ ਭੁੰਨਿਆ ਜਾਂਦਾ ਸੀ। ਪਰ ਇਹਦੀ ਖਾਸ ਗੱਲ ਇਹ ਸੀ ਕਿ ਇਸ ਵਿੱਚੋਂ ਸੰਗੀਤ ਨਿਕਲਦਾ ਸੀ। ਮਤਲਬ ਕਿ ਜਦੋਂ ਇਨਸਾਨ ਗਰਮੀ ਦੇ ਕਾਰਨ ਅੰਦਰ ਰੌਲਾ ਪਾਉਂਦਾ ਸੀ, ਕੂਕਾ ਮਾਰਦਾ ਸੀ ਤਾਂ ਉਸ ਦੀ ਆਵਾਜ਼ ਬਾਹਰ ਸੰਗੀਤ ਵਿੱਚ ਸੁਣਾਈ ਦਿੰਦੀ ਸੀ। ਮਤਲਬ ਇਸ ਦੇ ਅੰਦਰ ਇੱਕ ਪਾਈਪ ਹੁੰਦੀ ਸੀ ਜੋ ਉਸ ਦੇ ਨੱਕ ਵਾਲੀ ਜਗ੍ਹਾ ਤੋਂ ਬਾਹਰ ਨਿਕਲਦੀ ਸੀ ਤੇ ਜਦੋਂ ਕੋਈ ਆਦਮੀ ਇਸ ਵਿੱਚ ਪੱਕਦਾ ਸੀ ਅੱਗ ਨਾਲ ਤਾਂ ਉਹ ਰੌਲਾ ਪਾਉਂਦਾ ਸੀ। ਤੇ ਇਸ ਦੇ ਪਿੱਛੇ ਵੀ ਇੱਕ ਬਹੁਤ ਵਧੀਆ ਕਹਾਣੀ ਆ। ਜਦੋਂ ਇਹ ਬੁੱਲ ਬਣ ਗਿਆ ਸੀ ਤਾਂ ਇਸ ਨੂੰ ਬਣਾਉਣ ਵਾਲੇ ਆਦਮੀ ਨੇ ਇਹਨੂੰ ਆਪਣੇ ਬਾਦਸ਼ਾਹ ਕੋਲ ਪੇਸ਼ ਕੀਤਾ ਤੇ ਉਸ ਨੂੰ ਦੱਸਿਆ ਕਿ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਕਿਸੇ ਨੂੰ ਵੀ ਟਾਰਚਰ ਕਰਨ ਦਾ ਤੇ ਤੁਸੀਂ ਇਸ ਨਾਲ ਕਿਸੇ ਵੀ ਇਨਸਾਨ ਨੂੰ ਸਜ਼ਾ ਦੇ ਸਕਦੇ ਹੋ। ਤਾਂ ਰਾਜੇ ਨੇ ਕਿਹਾ ਕਿ ਅੱਜ ਰਾਤ ਖਾਣਾ ਖਾਣ ਸਮੇਂ ਇਸ ਨੂੰ ਚੈੱਕ ਕਰਾਂਗੇ। ਤੇ ਰਾਤ ਨੂੰ ਜਦੋਂ ਰਾਜੇ ਨੇ ਉਸ ਆਦਮੀ ਨੂੰ ਬੁਲਾਇਆ ਅਤੇ ਕਿਹਾ ਕਿ ਇਸ ਨੂੰ ਚਲਾ ਕੇ ਦਿਖਾ ਤਾਂ ਉਸ ਆਦਮੀ ਨੇ ਉਹਨਾਂ ਨੂੰ ਦੱਸਿਆ ਕਿ ਇਸ ਨੂੰ ਚਲਾਉਣ ਲਈ ਸਾਨੂੰ ਇੱਕ ਆਦਮੀ ਦੀ ਲੋੜ ਪਵੇਗੀ ਤੇ ਜਦੋਂ ਅਸੀਂ ਆਦਮੀ ਨੂੰ ਬੰਦ ਕਰਕੇ ਅੱਗ ਲਾਵਾਂਗੇ ਤਾਂ ਇਸ ਤੋਂ ਬਾਅਦ ਤੁਹਾਨੂੰ ਇਸ ਵਿੱਚੋਂ ਇੱਕ ਬਹੁਤ ਹੀ ਵਧੀਆ ਸੰਗੀਤ ਸੁਣਨ ਨੂੰ ਮਿਲੇਗਾ। ਤਾਂ ਰਾਜੇ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਨੂੰ ਹੀ ਕਿਉਂ ਨਾ ਵਿੱਚ ਪਾਇਆ ਜਾਵੇ। ਸੋ ਉਸ ਨੂੰ ਹੀ ਉਸ ਜਿਹੜਾ ਬੁੱਲ ਸੀ ਉਹਦੇ ਵਿੱਚ ਪਾਇਆ ਗਿਆ ਤੇ ਫਿਰ ਉਸ ਤੋਂ ਇੱਕ ਸੰਗੀਤ ਨਿਕਲਿਆ। ਉਸ ਸੰਗੀਤ ਦੇ ਵਿੱਚ ਉਸ ਦੀਆਂ ਕੂਕਾਂ ਦੇ ਰੌਲੇ ਸੀ ਔਰ ਸੰਗੀਤ ਇੰਨਾ ਮਤਲਬ ਵਧੀਆ ਸੀਗਾ ਕਿ ਉਸ ਸਮੇਂ ਉਸ ਰਾਜੇ ਨੇ ਬੈਠ ਕੇ ਆਪਣਾ ਰਾਤ ਦਾ ਭੋਜਨ ਕੀਤਾ। ਤੇ ਇਹ ਗੱਲ ਬਿਲਕੁਲ ਸਹੀ ਹੈ ਕਿ ਜੋ ਵੀ ਕਿਸੇ ਵਾਸਤੇ ਖੂਹ ਪੁੱਟਦਾ ਆ ਸਭ ਤੋਂ ਪਹਿਲਾਂ ਉਹੀ ਉਸ ਖੂਹ ਦੇ ਵਿੱਚ ਡਿੱਗਦਾ ਆ। ਹੁਣ ਗੱਲ ਕਰਦੇ ਹਾਂ ਜੀ ਅਗਲੇ ਟਾਰਚਰ ਦੀ, ਆਇਰਨ ਮੈਡਨ। ਤੇ ਇਹ ਦੇਖਣ ਵਿੱਚ ਪੁਰਾਣੇ ਸਮੇਂ ਦੇ ਤਾਬੂਤਾਂ ਵਰਗਾ ਲੱਗਦਾ ਸੀ ਪਰ ਇਸ ਦੇ ਅੰਦਰ ਚਾਰੇ ਪਾਸੇ ਕਿੱਲ ਲੱਗੇ ਹੁੰਦੇ ਸੀ। ਇਸ ਵਿੱਚ ਕਿਸੇ ਆਦਮੀ ਨੂੰ ਪਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਪਰ ਕਿੱਲ ਆਦਮੀ ਦੇ ਆਰ-ਪਾਰ ਨਹੀਂ ਹੁੰਦੇ ਸੀ, ਬਸ ਥੋੜੇ ਸਰੀਰ ਦੇ ਅੰਦਰ ਚਲੇ ਜਾਂਦੇ ਸੀ ਤੇ ਉਸ ਤੋਂ ਬਾਅਦ ਇਸ ਨੂੰ ਜਿੰਦਾ ਲਗਾ ਕੇ 3-4 ਦਿਨ ਲਈ ਬੰਦ ਕਰ ਦਿੱਤਾ ਜਾਂਦਾ ਸੀ ਤੇ 3-4 ਦਿਨ ਵਿੱਚ ਕਿਸੇ ਵੀ ਆਦਮੀ ਦੀ ਮੌਤ ਹੋ ਜਾਂਦੀ ਸੀ। ਤੇ ਇਸ ਨੂੰ ਬੰਦ ਵੀ ਬੜੇ ਆਰਾਮ ਨਾਲ ਨਹੀਂ ਕਰ ਸਕਦੇ ਸੀ, ਇਸ ਨੂੰ ਹੌਲੀ-ਹੌਲੀ ਬੰਦ ਕੀਤਾ ਜਾਂਦਾ ਸੀ, ਉਹ ਵੀ ਸੱਟ ਮਾਰ ਕੇ। ਮਤਲਬ ਕਿੰਨੀਆਂ ਦੁਖਦਾਈ ਸੀ ਨਾ ਇਹ ਘਟਨਾਵਾਂ ਕਿ ਲੋਕਾਂ ਨੂੰ ਏਦਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਜੀ ਅਗਲੇ ਟਾਰਚਰ ਦੇ ਬਾਰੇ ਹੁਣ ਗੱਲ ਕਰਦੇ ਹਾਂ। ਇਸ ਵਿੱਚ ਕਿਸੇ ਵੀ ਇਨਸਾਨ ਨੂੰ ਕਿਸੇ ਲੱਕੜ ਦੇ ਬਣੇ ਹੋਏ ਢਾਂਚੇ ਨਾਲ ਲਟਕਾਇਆ ਜਾਂਦਾ ਸੀ ਤੇ ਉਸ ਦੇ ਹੱਥਾਂ ਤੇ ਕਿੱਲਾਂ ਲਗਾ ਦਿੱਤੀਆਂ ਜਾਂਦੀਆਂ ਸੀ ਤੇ ਜਿਸ ਕਾਰਨ ਸਰੀਰ ਦਾ ਸਾਰਾ ਭਾਰ ਉਸ ਦੇ ਹੱਥਾਂ ਤੇ ਆ ਜਾਂਦਾ ਸੀ ਤੇ ਜੋ ਕੋਈ ਵੀ ਇਸ ਦੇ ਨਾਲ ਲਟਕਾਇਆ ਜਾਂਦਾ ਸੀ ਉਹ ਆਪਣੀ ਮੌਤ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦਾ ਸੀ ਕਿਉਂਕਿ ਇਸ ਨੂੰ ਖੁੱਲੇ ਮੈਦਾਨ ਵਿੱਚ ਰੱਖਿਆ ਹੁੰਦਾ ਸੀ ਤੇ ਪਾਣੀ ਦੀ ਕਮੀ ਕਾਰਨ ਆਦਮੀ ਕਮਜ਼ੋਰ ਹੋ ਜਾਂਦਾ ਸੀ ਤੇ ਹੌਲੀ-ਹੌਲੀ ਪੰਛੀ ਵੀ ਉਸ ਆਦਮੀ ਨੂੰ ਖਾਣਾ ਸ਼ੁਰੂ ਕਰ ਦਿੰਦੇ ਸੀ ਅਤੇ 2-3 ਦਿਨਾਂ ਬਾਅਦ ਉਸ ਆਦਮੀ ਦੀ ਤੜਫ ਕੇ ਮੌਤ ਹੋ ਜਾਂਦੀ ਸੀ। ਗੱਲ ਕਰਦੇ ਹਾਂ ਜੀ ਹੁਣ ਅਗਲੇ ਟਾਰਚਰ ਦੇ ਬਾਰੇ। ਦ ਸਪੈਨਿਸ਼ ਡੌਂਕੀ ਇੱਕ 4 ਲੱਤਾਂ ਵਾਲਾ ਸਟੈਂਡ ਹੁੰਦਾ ਸੀ ਜਿਸ ਦੇ ਉੱਤੇ ਪਿੰਨ ਤੇ ਹੋਰ ਨੁਕੀਲੀਆਂ ਚੀਜ਼ਾਂ ਲਗਾਈਆਂ ਹੁੰਦੀਆਂ ਸੀ
ਤੇ ਇਸ ਦੇ ਉੱਤੇ ਆਦਮੀ ਨੂੰ ਬਿਠਾ ਦਿੰਦੇ ਸੀ। ਪਰ ਅਸਲੀ ਪਾਗਲਪਨ ਤਾਂ ਇਸ ਤੋਂ ਬਾਅਦ ਸ਼ੁਰੂ ਹੁੰਦਾ ਸੀ, ਜਦੋਂ ਆਦਮੀ ਦੇ ਦੋਨਾਂ ਪੈਰਾਂ ਤੇ 5-7 ਕਿਲੋ ਦਾ ਭਾਰ ਬੰਨ੍ਹ ਦਿੱਤਾ ਜਾਂਦਾ ਸੀ, ਜਿਸ ਕਾਰਨ ਆਦਮੀ ਦੇ ਸਰੀਰ ਵਿੱਚ ਇਹ ਕਿੱਲਾਂ ਲੰਘ ਜਾਂਦੀਆਂ ਸੀ। ਪਰ ਉਹ ਆਦਮੀ ਨੂੰ ਖਾਣਾ ਪੀਣਾ ਪੂਰਾ ਦਿੱਤਾ ਜਾਂਦਾ ਸੀ ਤੇ ਇਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਹੌਲੀ-ਹੌਲੀ ਖਰਾਬ ਹੋਣ ਲੱਗ ਜਾਂਦੇ ਸੀ ਤੇ ਇਸ ਤੋਂ ਕੁਝ ਦਿਨਾਂ ਬਾਅਦ ਉਸ ਨੂੰ ਥੱਲੇ ਉਤਾਰ ਦਿੰਦੇ ਸੀ ਤੇ ਛੱਡ ਦਿੰਦੇ ਸੀ, ਜਿਸ ਤੋਂ ਬਾਅਦ ਵਿਅਕਤੀ ਹੌਲੀ-ਹੌਲੀ ਮਰਦਾ ਰਹਿੰਦਾ ਸੀ, ਕਿਉਂਕਿ ਉਹ ਗੱਭੇ ਤੋਂ ਜ਼ਖਮੀ ਹੋ ਚੁੱਕਿਆ ਹੁੰਦਾ ਸੀ। ਜੀ ਹੁਣ ਵੱਧਦੇ ਹਾਂ ਅਸੀਂ ਅਗਲੀ ਜਾਣਕਾਰੀ ਦੇ ਬਾਰੇ, ਅਗਲੇ ਟਾਰਚਰ ਦੇ ਬਾਰੇ ਕਿ ਕਿਹੜੇ-ਕਿਹੜੇ ਟਾਰਚਰ ਹੁੰਦੇ ਸੀ ਤੇ ਉਹਨਾਂ ਦੇ ਵਿੱਚੋਂ ਹੁਣ ਜਿਹੜੀ ਅਗਲੀ ਟਾਰਚਰ ਦੀ ਗੱਲ ਕਰਨ ਜਾ ਰਹੀ ਹਾਂ ਉਸਦਾ ਨਾਂ ਹੈ ਦ ਚਾਈਨੀਜ਼ ਟਾਰਚਰ ਚੇਅਰ। ਇਸ ਦੀ ਗੱਲ ਕਰਾਂ ਤਾਂ ਇਹ ਇੱਕ ਤਰ੍ਹਾਂ ਦੀ ਕੁਰਸੀ ਹੈ ਜਿਸ ਤੇ ਨੁਕੀਲੇ ਪਦਾਰਥ ਲਗਾਏ ਹੁੰਦੇ ਸੀ, ਮਤਲਬ ਮੇਖਾਂ, ਤਲਵਾਰ ਤੇ ਹੋਰ ਬਹੁਤ ਕੁਝ, ਜਿਸ ਤੋਂ ਬਾਅਦ ਆਦਮੀ ਨੂੰ ਇਸ ਤੇ ਬਿਠਾ ਦਿੰਦੇ ਸੀ, ਜਿਸ ਕਾਰਨ ਉਸ ਦੇ ਸਰੀਰ ਵਿੱਚ ਇਹ ਨੁਕੀਲੀਆਂ ਚੀਜ਼ਾਂ ਵੜ ਜਾਂਦੀਆਂ ਸੀ ਤੇ ਇਸ ਤੋਂ ਬਾਅਦ ਹੀ ਇਸ ਨੂੰ ਖਤਰਨਾਕ ਬਣਾਉਣ ਲਈ ਇਸ ਦੇ ਥੱਲੇ ਅੱਗ ਲਗਾ ਦਿੰਦੇ ਸੀ ਤੇ ਜਿਸ ਦੇ ਨਾਲ ਹੌਲੀ-ਹੌਲੀ ਆਦਮੀ ਮਰ ਜਾਂਦਾ ਸੀ। ਅਗਲੇ ਟਾਰਚਰ ਦੀ ਗੱਲ ਕਰਦੇ ਹਾਂ ਦ ਚਾਈਨੀਜ਼ ਵਾਟਰ ਟਾਰਚਰ। ਇਸ ਟਾਰਚਰ ਵਿੱਚ ਆਦਮੀ ਨੂੰ ਸਰੀਰਕ ਨੁਕਸਾਨ ਨਹੀਂ ਹੁੰਦਾ, ਪਰ ਉਹ ਮੈਂਟਲੀ ਅਪਸੈਟ ਜ਼ਰੂਰ ਹੋ ਜਾਂਦਾ ਹੈ। ਇਸ ਵਿੱਚ ਆਦਮੀ ਦੇ ਹੱਥ ਪੈਰ ਬੰਨ੍ਹ ਕੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦੇ ਸੀ ਤਾਂ ਜੋ ਉਹ ਇੱਧਰ ਉੱਧਰ ਨਾ ਦੇਖ ਸਕੇ, ਮਤਲਬ ਉਸ ਦਾ ਧਿਆਨ ਸਿਰਫ ਤੇ ਸਿਰਫ ਪਾਣੀ ਤੇ ਰਹੇ ਤੇ ਇਸ ਟਾਰਚਰ ਵਿੱਚ ਪਾਣੀ ਆਦਮੀ ਦੇ ਮੱਥੇ ਤੇ ਟਪਕਦਾ ਰਹਿੰਦਾ ਸੀ। ਇੱਕ ਟੁਪਕਾ ਉਸ ਦੇ ਮੱਥੇ ਤੇ ਡਿੱਗਦਾ ਹੈ ਤੇ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਇਸ ਵਿੱਚ ਕੀ ਮੁਸ਼ਕਲ ਹੈ, ਇਹ ਕਿੱਦਾਂ ਦਾ ਟਾਰਚਰ ਹੋਇਆ। ਪਰ ਜਦੋਂ ਕੁਝ ਮਿੰਟ ਪਾਣੀ ਮੱਥੇ ਤੇ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਆਦਮੀ ਹਿੱਲ ਜਾਂਦਾ ਹੈ, ਕਿਉਂਕਿ ਇਸ ਦੇ ਦਿਮਾਗ ਦੀਆਂ ਨਸਾਂ ਫੁੱਲਣ ਲੱਗਦੀਆਂ ਨੇ ਤੇ ਚਾਈਨਾ ਵਿੱਚ ਇਸ ਨੂੰ ਪੁੱਛ-ਗਿੱਛ ਲਈ ਵਰਤਿਆ ਜਾਂਦਾ ਹੈ ਤੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਸ਼ਾਇਦ ਇਸ ਨੂੰ ਵਰਤਿਆ ਜਾਂਦਾ ਹੋਵੇ। ਤੇ ਉਹ ਇੱਕ ਤੁਪਕਾ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਬਹੁਤ ਹੀ ਭਾਰੀ ਕੋਈ ਚੀਜ਼ ਜਾ ਕੇ ਸਿਰ ਤੇ ਵੱਜੀ ਹੋਵੇ ਤੇ ਕੁਝ ਘੰਟਿਆਂ ਬਾਅਦ ਪੂਰੇ ਬੰਬ ਬਲਾਸਟ ਵਾਂਗ ਲੱਗਣ ਲੱਗ ਜਾਂਦਾ ਸੀ। ਹੁਣ ਗੱਲ ਕਰਦੇ ਹਾਂ ਜੀ ਅਗਲੇ ਟਾਰਚਰ ਦੇ ਬਾਰੇ, ਚੂਹਿਆਂ ਦੇ ਟਾਰਚਰ ਦੀ। ਤੇ ਇਹ ਟੈਕਨੀਕ ਯੂਰਪ ਵਿੱਚ ਵਰਤੀ ਜਾਂਦੀ ਸੀ। ਇਸ ਵਿੱਚ ਇਨਸਾਨ ਨੂੰ ਟੇਬਲ ਦੇ ਉੱਤੇ ਲੰਮਾ ਪਾ ਕੇ ਬੰਨ੍ਹ ਦਿੱਤਾ ਜਾਂਦਾ ਸੀ, ਉਹ ਵੀ ਕੱਪੜਿਆਂ ਤੋਂ ਬਿਨਾਂ, ਤੇ ਫਿਰ ਉਸ ਦੇ ਢਿੱਡ ਉੱਤੇ ਇੱਕ ਪਿੰਜਰਾ ਬੰਨ੍ਹ ਦਿੱਤਾ ਜਾਂਦਾ ਸੀ ਜਿਸ ਵਿੱਚ ਕਈ ਦਿਨਾਂ ਤੋਂ ਭੁੱਖਾ ਇੱਕ ਚੂਹਾ ਹੁੰਦਾ ਸੀ ਤੇ ਫਿਰ ਸ਼ੁਰੂ ਹੁੰਦਾ ਸੀ ਦਿਲ ਦਹਿਲਾ ਦੇਣ ਵਾਲਾ ਕੰਮ। ਟਾਰਚਰ ਕਰਨ ਵਾਲੇ ਉਸ ਪਿੰਜਰੇ ਨੂੰ ਕੋਲੇ ਜਾਂ ਅੱਗ ਦੇ ਨਾਲ ਬਹੁਤ ਜ਼ਿਆਦਾ ਗਰਮ ਕਰਦੇ ਸੀ ਤੇ ਉਸ ਚੂਹੇ ਨੂੰ ਉਸ ਪਿੰਜਰੇ ਵਿੱਚੋਂ ਨਿਕਲਣ ਲਈ ਮਜਬੂਰ ਕੀਤਾ ਜਾਂਦਾ ਸੀ, ਮਤਲਬ ਮਜਬੂਰ ਇਸ ਤਰ੍ਹਾਂ ਕਿਉਂਕਿ ਉਹਦੇ ਉੱਤੇ ਅੱਗ ਦਾ ਸੇਕ ਲਗਾਇਆ ਜਾਂਦਾ ਸੀ ਤੇ ਚੂਹਾ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਸੀ ਤੇ ਉਦੋਂ ਉਸ ਚੂਹੇ ਕੋਲ ਸਿਰਫ ਇੱਕ ਹੀ ਰਸਤਾ ਹੁੰਦਾ ਸੀ, ਉਸ ਇਨਸਾਨ ਦੇ ਢਿੱਡ ਰਾਹੀਂ ਨਿਕਲਣ ਦਾ, ਤੇ ਜਿਸ ਤੋਂ ਬਾਅਦ ਚੂਹਾ ਉਹ ਇਨਸਾਨ ਦੇ ਢਿੱਡ ਨੂੰ ਖਾ ਕੇ ਇੱਕ ਲੰਬੀ ਖੱਡ ਪੱਟ ਲੈਂਦਾ ਸੀ। ਸੋ 2-3 ਘੰਟੇ ਤੱਕ ਇਹ ਕੰਮ ਚੱਲਦਾ ਰਹਿੰਦਾ ਸੀਗਾ। ਚੂਹਾ ਨਿਕਲੇ ਜਾਂ ਨਾ ਨਿਕਲੇ, ਪਰ ਉਸ ਇਨਸਾਨ ਦੀ ਮੌਤ ਹੋ ਜਾਂਦੀ ਸੀ ਇਸ ਕਰਕੇ ਕਿਉਂਕਿ ਚੂਹਾ ਲਗਾਤਾਰ ਉਸ ਨੂੰ ਕੱਟਦਾ ਰਹਿੰਦਾ ਸੀ, ਉਸ ਦੇ ਢਿੱਡ ਨੂੰ ਖੋਲ ਦਿੰਦਾ ਸੀ। ਇਹ ਮੈਨੂੰ ਬਹੁਤ ਜ਼ਿਆਦਾ ਮਤਲਬ ਦੁਖਦਾਈ ਘਟਨਾ ਲੱਗੀ ਔਰ ਬੜਾ ਅਜੀਬ ਜਿਹਾ ਟਾਰਚਰ ਸੀਗਾ ਔਰ ਮੈਂ ਸੋਚਦੀ ਹੁੰਦੀ ਹਾਂ ਕਿ ਵੀ ਜਦੋਂ ਇਹ ਉਹਨਾਂ ਇਨਸਾਨਾਂ ਦੇ ਉੱਤੇ ਟਾਰਚਰ ਹੁੰਦੇ ਹੋਣਗੇ ਤੇ ਉਹਨਾਂ ਨੂੰ ਕਿੱਦਾਂ ਲੱਗਦਾ ਹੋਏਗਾ, ਮਤਲਬ ਆਪਣੇ ਅੱਖਾਂ ਦੇ ਸਾਹਮਣੇ ਆਪਣੀ ਮੌਤ ਦੇਖਣਾ, ਉਹ ਵੀ ਹੌਲੀ-ਹੌਲੀ ਮਰਨਾ, ਬੜਾ ਮੁਸ਼ਕਿਲ ਹੈ। ਜੀ ਹੁਣ ਗੱਲ ਕਰਦੇ ਹਾਂ ਅਸੀਂ ਅਗਲੇ ਟਾਰਚਰ ਦੀ, ਜਿਸ ਦਾ ਨਾਮ ਹੈ ਬੈਂਬੂ ਟਾਰਚਰ ਤੇ ਇਹ 1820 ਵਿੱਚ ਹੋਇਆ ਸੀ ਤੇ ਵਰਲਡ ਵਾਰ 2 ਵਿੱਚ ਵੀ ਇਸ ਨੂੰ ਕੀਤਾ ਗਿਆ ਸੀ। ਸੋ ਬੰਬੂ ਮਤਲਬ ਕਿ ਬਾਂਸ ਦਾ ਪੌਦਾ, ਜੋ ਕਿ ਦੁਨੀਆ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਉੱਗਣ ਵਾਲਾ ਪੌਦਾ ਹੈ ਤੇ ਬਹੁਤ ਮਜ਼ਬੂਤ ਵੀ ਹੈ ਤੇ ਜਿਸ ਕਾਰਨ ਇਸ ਨੂੰ ਚੁਣਿਆ ਗਿਆ ਸੀ ਟਾਰਚਰ ਲਈ। ਤੇ ਇਹ ਟਾਰਚਰ ਨੂੰ ਫੇਕ ਸਾਬਤ ਕਰਨ ਲਈ ਮਿਥਬਸਟਰ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਲਾਸਟ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਰੀਅਲ ਹੈ ਤੇ ਇਸ ਟਾਰਚਰ ਵਿੱਚ ਛੋਟੇ ਜਿਹੇ ਬਾਂਸ ਦੇ ਪੌਦੇ ਤੇ ਇੱਕ ਇਨਸਾਨ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਤੇ ਫਿਰ 3 ਦਿਨਾਂ ਬਾਅਦ ਬਾਂਸ ਦਾ ਪੌਦਾ ਉੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਉਹ ਇੰਨੀ ਸਪੀਡ ਨਾਲ ਉੱਗਦਾ ਹੈ ਕਿ ਕੁਝ ਕੁ ਦਿਨਾਂ ਵਿੱਚ ਉਹ ਇਨਸਾਨ ਦੇ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਨਸਾਨ ਇੱਕ ਗਮਲਾ ਬਣ ਕੇ ਰਹਿ ਜਾਂਦਾ ਹੈ ਕਿਉਂਕਿ ਉਸ ਵਿੱਚੋਂ ਇੱਕ ਬਾਂਸ ਦਾ ਪੌਦਾ ਨਿਕਲਿਆ ਹੁੰਦਾ ਹੈ ਤੇ ਇਸ ਟਾਰਚਰ ਨਾਲ ਇਨਸਾਨ ਬਹੁਤ ਹੀ ਹੌਲੀ-ਹੌਲੀ ਮਰਦਾ ਹੈ। ਬਹੁਤ ਹੀ ਖਤਰਨਾਕ ਟਾਰਚਰ ਕੀਤੇ ਜਾਂਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਫੇਕ ਲੱਗਦੀਆਂ ਨੇ ਕਿਉਂਕਿ ਇਹ ਉਹਨਾਂ ਦੀ ਸੋਚ ਤੋਂ ਬਾਹਰ ਨੇ ਤੇ ਸਾਰੀ ਜ਼ਿੰਦਗੀ ਇਸ ਇਨਸਾਨ ਨੇ ਏਦਾਂ ਦਾ ਕੁਝ ਦੇਖਿਆ ਹੀ ਨਹੀਂ ਹੁੰਦਾ, ਉਸ ਨੂੰ ਇਸ ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਤੇ ਹਰ ਇੱਕ ਫੈਕਟ ਜਿਸ ਦੀ ਮੈਂ ਗੱਲ ਕਰਦੀ ਹਾਂ ਉਹ ਰੀਅਲ ਹੁੰਦਾ ਹੈ। ਸੋ ਪੁਰਾਣੇ ਸਮਿਆਂ ਦੇ ਵਿੱਚ ਇਹ ਸੀ ਜੀ ਜਿਹੜੇ ਵਰਤੇ ਜਾਣ ਵਾਲੇ ਟਾਰਚਰ ਲੋਕਾਂ ਦੇ ਉੱਤੇ ਕੀਤੇ ਜਾਂਦੇ ਸੀਗੇ ਮਹਾਰਾਜਿਆਂ ਵੱਲੋਂ ਜਾਂ ਰਾਜਿਆਂ ਵੱਲੋਂ ਜਾਂ ਫਿਰ ਜਿਹੜੇ ਉਸ ਸਮੇਂ ਦੇ ਉੱਚ ਅਧਿਕਾਰੀ ਹੁੰਦੇ ਸੀ। ਔਰ ਸੁਣ ਕੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇੱਕ ਵਾਰ ਤਾਂ ਅੰਦਰੋਂ ਇਹ ਹੋਇਆ ਹੀ ਹੋਏਗਾ ਕਿ ਇਹ ਕਿਉਂ, ਇਹ ਕਿੱਦਾਂ। ਔਰ ਤੁਸੀਂ ਬਹੁਤ ਹੀ ਆਪਣੇ ਆਪ ਨੂੰ ਲੱਕੀ ਵੀ ਫੀਲ ਕਰਦੇ ਹੋਵੋਗੇ ਕਿ ਚੰਗਾ ਹੋਇਆ ਤੁਸੀਂ ਉਸ ਸਮੇਂ ਦੇ ਵਿੱਚ ਜਿੰਦਾ ਨਹੀਂ ਹੋਏ, ਤੁਸੀਂ ਉਸ ਸਮੇਂ ਨੂੰ ਨਹੀਂ ਦੇਖਿਆ, ਨਹੀਂ ਤਾਂ ਇਹ ਸੱਚੀ ਹੀ ਬਹੁਤ ਜ਼ਿਆਦਾ ਦੁੱਖ ਦੇਣ ਵਾਲੀ ਘਟਨਾ ਹੈ। ਸੋ ਇਹ ਸੀ ਜੀ ਸਾਡੇ ਅੱਜ ਦੇ ਫੈਕਟ ਤੇ ਅੱਜ ਦੀਆਂ ਕੁਝ ਜਾਣਕਾਰੀਆਂ। ਔਰ ਅੱਜ ਦੇ ਫੈਕਟ ਤੁਹਾਨੂੰ ਵਧੀਆ ਲੱਗੇ ਹੋਣਗੇ ਔਰ ਜਾਣਕਾਰੀ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ, ਕਿਉਂਕਿ ਅੱਜ ਅਸੀਂ ਜੋ ਗੱਲ ਕੀਤੀ ਹੈ ਉਹ ਗੱਲ ਕੀਤੀ ਹੈ ਜੀ ਕਿ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦੇ ਉੱਤੇ ਕਿਹੜੇ-ਕਿਹੜੇ ਟਾਰਚਰ ਕੀਤੇ ਜਾਂਦੇ ਸੀ। ਸੋ ਇਦਾਂ ਦੇ ਟਾਰਚਰ ਜਿਹੜੇ ਕਿ ਅਸੀਂ ਕਦੇ ਨਹੀਂ ਦੇਖੇ ਹੋਣਗੇ, ਪਰ ਹਾਂ ਕਦੇ ਨਾ ਕਦੇ ਅਸੀਂ ਫਿਲਮਾਂ ਦੇ ਵਿੱਚ ਦੇਖੇ ਹੋਣਗੇ ਜਾਂ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਇਹਨਾਂ ਦੇ ਬਾਰੇ ਸੁਣਿਆ ਹੋਵੇਗਾ। ਪਰ ਇਹ ਦਿਲ ਦਹਿਲਾ ਦੇਣ ਵਾਲੇ ਟਾਰਚਰ ਚੰਗੀ ਗੱਲ ਹੈ ਕਿ ਤੁਸੀਂ ਆਪਣੀ ਅੱਖਾਂ ਤੋਂ ਨਹੀਂ ਦੇਖੇ ਔਰ ਸ਼ਾਇਦ ਤੁਹਾਨੂੰ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਇਹ ਤੰਗ ਕਰਦੇ। ਪਰ ਚਲੋ ਕੋਈ ਗੱਲ ਨਹੀਂ, ਇਹ ਤਾਂ ਗੱਲ ਸੀ ਜੀ ਪੁਰਾਣੇ ਸਮੇਂ ਦੇ ਵਿੱਚ ਕੀਤੇ ਜਾਣ ਵਾਲੇ ਟਾਰਚਰ ਤੇ ਕੁਝ ਫੈਕਟ ਜਿਹੜੇ ਕਿ ਤੁਹਾਡੇ ਆਲੇ ਦੁਆਲੇ ਹੁੰਦੇ ਨੇ ਔਰ ਤੁਹਾਨੂੰ ਜ਼ਰੂਰੀ ਹੈ ਕਿ ਉਹਨਾਂ ਦੇ ਬਾਰੇ ਜਾਣਕਾਰੀ ਹੋਵੇ। ਸੋ ਇਦਾਂ ਦੇ ਫੈਕਟ ਤੇ ਇਦਾਂ ਦੀਆਂ ਜਾਣਕਾਰੀਆਂ ਮੈਂ ਹਰ ਵਾਰ ਆਪਣੇ ਐਪੀਸੋਡ ਦੇ ਵਿੱਚ ਲੈ ਕੇ ਆਉਂਦੀ ਹਾਂ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਔਰ ਅਗਲੇ ਐਪੀਸੋਡ ਦੇ ਵਿੱਚ ਅਗਲੀਆਂ ਜਾਣਕਾਰੀਆਂ ਤੇ ਅਗਲੇ ਫੈਕਟ ਦੇ ਨਾਲ ਮੈਂ ਤੁਹਾਨੂੰ ਫੇਰ ਮਿਲਾਂਗੀ ਇਸੇ ਹੀ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਕੀ ਹੈ ਦਿਮਾਗ ਦੀ ਬੱਤੀ ਜਗਾਓ। ਤੇ ਜਾਂਦੇ ਜਾਂਦੇ ਫੇਰ ਉਹੀ ਗੱਲ ਕਿ ਲਾਈਟ ਜਗਾਓ ਜਾਂ ਬੱਤੀ ਜਗਾਓ ਤੇ ਜਾਂ ਦੋਨੋਂ ਨਾ ਜਗਾਓ, ਪਰ ਦਿਮਾਗ ਦੀ ਬੱਤੀ ਜ਼ਰੂਰ ਜਗਾਓ। ਤੇ ਦੇਖਣਾ ਬਿਲਕੁਲ ਨਹੀਂ ਭੁੱਲਣਾ ਅਗਲਾ ਐਪੀਸੋਡ। ਔਰ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਅਗਰ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਦਾ ਹੈ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਫਿਰ ਮਿਲਾਂਗੀ। ਹੁਣ ਮੈਨੂੰ ਤੁਸੀਂ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।